ਕਵਨ ਕਵਨ ਗੁਣ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਦਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਵਰਨ ਨ ਸਕੂੰ। ਤੂੰ ਠਾਕੁਰ ਊਚ ਭਗਵਾਨਾ। ਧੰਨ ਵਾਹਿਗੁਰੂ ਸਾਹਿਬ ਜੀ। ਮਾਰੂ ਮਹਿਲਾ ਪਹਿਲਾ ਘਰ ਪਹਿਲਾ। ਕਰਨੀ ਕਾਗਦ ਮਨ ਮਸਵਾਣੀ। ਬੁਰਾ ਭਲਾ ਦੋਇ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚਲੀਐ। ਤਉ ਗੁਣ ਨਾਹੀ ਅੰਤ ਹਰੇ। ਚੇਤ ਚੇਤਸ ਕੀ ਨਹੀਂ ਬਾਵਰਿਆ। ਹਰ ਬਿਸਰਤ ਤੇਰੇ ਗੁਣ ਗਲਿਆ। ਚੇਤ ਚੇਤਸ ਕੀ ਨਹੀਂ ਬਾਵਰਿਆ। ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਜਾਲੀ ਰੈਨ ਜਾਲ ਦਿਨ ਹੁਆ। ਜੇਤੀ ਘੜੀ ਫਾਹੀ ਤੇਤੀ। ਰਸ ਰਸ ਚੋਗ ਚੁਗੈ ਨਿਤ ਫਸੈ। ਛੂਟਸ ਮੂੜੇ ਕਵਨ ਗੁਨੀ। ਕਾਇਆ ਯਾਰਨ ਮਨ ਵਿੱਚ ਲੋਹਾ। ਪੰਚ ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉਪਰ। ਮਨ ਜਲਿਆ ਸੰਨੀ ਚਿੰਤ ਪਈ। ਭਇਆ ਮਨੂਰ ਕੰਚਨ ਫਿਰ ਹੋਵੇ। ਜੇ ਗੁਰ ਮਿਲੈ ਤਨਿਹਾ। ਏਕ ਨਾਮ ਅੰਮ੍ਰਿਤ ਉਦੀਵੈ। ਤਉ ਨਾਨਕ ਤ੍ਰਿਸ਼ਟਸ ਦੇਹਾ। ਭਇਆ ਮਨੂਰ ਕੰਚਨ ਫਿਰ ਹੋਵੇ। ਜੇ ਗੁਰ ਮਿਲੈ ਤਨਿਹਾ। ਏਕ ਨਾਮ ਅੰਮ੍ਰਿਤ ਉਦੀਵੈ। ਤਉ ਨਾਨਕ ਤ੍ਰਿਸ਼ਟਸ ਦੇਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਸਤ ਸੰਗਤ ਕਰਕੇ ਆਪਣਾ ਮਨੁੱਖਾ ਜੀਵਨ ਸਫਲਾ ਕਰ ਰਹੇ ਅਤੀ ਸਤਿਕਾਰਯੋਗ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਸਤਿਗੁਰਾਂ ਦੀ ਕਿਰਪਾ ਦੇ ਸਦਕਾ ਪਾਵਨ ਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕੀਤੇ ਨੇ।
ਅੱਜ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਆਓ ਜਿੱਥੇ ਪਾਵਨ ਸ਼ਬਦ ਨੂੰ ਵਿਚਾਰਨਾ ਹੈ ਉੱਥੇ ਨਾਲ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਾਵਨ ਜੀਵਨ ਦੀਆਂ ਅਮੋਲਕ ਵਿਚਾਰਾਂ ਦੀ ਸਾਂਝ ਪਾਉਣ ਦਾ ਸਾਰੇ ਜਣੇ ਮਿਲ ਕੇ ਯਤਨ ਕਰਾਂਗੇ। ਜਿਹੜਾ ਅੱਜ ਦਾ ਪਾਵਨ ਸ਼ਬਦ ਜਿਸ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਬਖਸ਼ਿਸ਼ ਕੀਤਾ ਹੋਇਆ ਹੈ। ਮਾਰੂ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 990 ਦੇ ਉੱਤੇ ਸੁਭਾਈਮਾਨ ਹੈ। ਇਹ ਪਾਵਨ ਸ਼ਬਦ ਉਹ ਸ਼ਬਦ ਹੈ ਜਿਸ ਸ਼ਬਦ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪਹਿਲਾਂ ਵਾਲਾ ਜੀਵਨ, ਜਿਹੜਾ ਪਿਤਾ ਦਾਦੇ ਪੜਦਾਦਿਆਂ ਤੋਂ ਲੈ ਕੇ ਚੱਲਦਾ ਆ ਰਿਹਾ ਸੀ, ਇੱਕ ਹੀ ਸ਼ਬਦ ਆਪਣੇ ਪਵਿੱਤਰ ਕੰਨਾਂ ਦੇ ਨਾਲ ਸੁਣਨ ਦੇ ਨਾਲ ਜੀਵਨ ਨੇ ਐਸੀ ਪਲਟੀ ਮਾਰੀ ਕਿ ਰਾਹ ਬਦਲ ਕੇ ਰੱਖ ਦਿੱਤਾ। ਕਈ ਵਾਰੀ ਹੁੰਦਾ ਹੈ ਮਨੁੱਖ ਦਾ ਜੀਵਨ ਬੜਾ ਪਵਿੱਤਰ ਹੁੰਦਾ ਹੈ, ਮਨੁੱਖ ਦੇ ਦੁਨੀਆ ਦੇ ਅੰਦਰ ਕਰਮ ਬੜੇ ਪਵਿੱਤਰ ਹੁੰਦੇ ਨੇ, ਪਰ ਜਿੰਨੀ ਦੇਰ ਤੱਕ ਜੀਵਨ ਵਿੱਚ ਗੁਰੂ ਨਹੀਂ ਆਇਆ ਉਨੀ ਦੇਰ ਤੱਕ ਮਨੁੱਖ ਨੂੰ ਆਸਰਾ ਨਹੀਂ ਕੋਈ ਦੁਨੀਆ ਦੇ ਅੰਦਰ ਲੱਭਦਾ। ਫਿਰ ਧਿਆਨ ਦਿਓ, ਦੁਨੀਆ ਦੇ ਅੰਦਰ ਕੰਮ ਬੜੇ ਚੰਗੇ ਕਰ ਰਿਹਾ, ਦੁਨੀਆ ਦੇ ਅੰਦਰ ਕਰਨੇ ਵੀ ਮਨੁੱਖ ਦੀ ਠੀਕ ਹੈ, ਸੁਭਾਅ ਵੀ ਚੰਗੇ ਦੇ ਨਾਲ ਦੁਨੀਆ ਦੇ ਅੰਦਰ ਵਰਤ ਰਿਹਾ, ਪਰ ਜੀਵਨ ਦੇ ਵਿੱਚ ਅਜੇ ਤੱਕ ਗੁਰੂ ਨਹੀਂ। ਜੇ ਗੁਰੂ ਜੀਵਨ ਦੇ ਅੰਦਰ ਨਹੀਂ ਆਇਆ ਤੇ ਮਨੁੱਖ ਦੇ ਕਈ ਵਾਰੀ ਚੰਗੇ ਕੀਤੇ ਹੋਏ ਕਰਮ ਵੀ ਉਹਨੂੰ ਰੱਬ ਦੇ ਤੱਕ ਨਹੀਂ ਪਹੁੰਚਾ ਸਕਦੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੀਵਨ ਜਿਹੜਾ ਸੀ ਪਹਿਲਾਂ ਹੀ ਬੜਾ ਪਵਿੱਤਰ ਹੈ। ਰੱਬ ਜੀ ਦੀ ਪਿਆਸ ਤਾਂ ਜੀਵਨ ਦੇ ਅੰਦਰ ਹੈ, ਪਰ ਅੱਜ ਤੱਕ ਕੋਈ ਰਸਤਾ ਕੋਈ ਰਾਹ ਦੁਨੀਆ ਦੇ ਅੰਦਰੋਂ ਨਹੀਂ ਲੱਭਿਆ ਜਿਹੜੇ ਰਾਹ ਦੇ ਉੱਤੇ ਚੱਲ ਕੇ ਸੱਚਮੁੱਚ ਰੱਬ ਜੀ ਨੂੰ ਪ੍ਰਵਾਨ ਹੋਇਆ ਜਾਣਾ। ਉਹ ਰਾਹ ਦਿਖਾਈ ਨਹੀਂ ਦਿੱਤਾ ਅਜੇ ਤੱਕ। ਜਿੱਦਣ ਰਹਿਮਤ ਹੋਣੀ ਸੀ ਜੀਵਨ ਦੇ ਅੰਦਰ, ਹਰੇਕ ਮਨੁੱਖ ਦੇ ਜੀਵਨ ਦੇ ਅੰਦਰ ਇੱਕ ਸਮਾਂ ਐਸਾ ਹੁੰਦਾ ਹੈ, ਉਹ ਮਨੁੱਖ ਨੂੰ ਮਨੁੱਖ ਦੇ ਕੀਤੇ ਹੋਏ ਸਾਰੇ ਪਾਪ ਕਰਮ ਸਾਰੇ ਮਨੁੱਖ ਦੇ ਅੱਗੇ ਲਿਆ ਕੇ ਖੜੇ ਕਰ ਦਿੰਦਾ ਤੇ ਉਹਨੂੰ ਸੁਧਰਨ ਦਾ ਮੌਕਾ ਦਿੰਦਾ ਵੀ ਤੇਰੇ ਕੋਲ ਅੱਜ ਸਮਾਂ ਹੈ। ਜੇ ਤੂੰ ਚਾਹੇ ਤੇ ਆਪਣੇ ਪਿਛਲੇ ਪਾਪਾਂ ਨੂੰ ਖਤਮ ਕਰਕੇ ਅੱਗੇ ਤੋਂ ਨਵੇਂ ਜੀਵਨ ਦੀ ਰਮਤਾ ਕਰ ਸਕਦਾ ਹੈ। ਜਿਨਨੇ ਉਸ ਵੇਲੇ ਸਮੇਂ ਨੂੰ ਸੰਭਾਲਿਆ ਉਹ ਤਾਂ ਆਪਣਾ ਜੀਵਨ ਪਵਿੱਤਰ ਕਰ ਲੈਂਦਾ ਹੈ। ਉਹਦੇ ਜੀਵਨ ਦੇ ਅੰਦਰ ਫਿਰ ਬਾਣੀ ਦੀ ਵਿਚਾਰ, ਗੁਰੂ ਸਾਹਿਬ ਜੀ ਦਾ ਨਾਮ ਐਸਾ ਟਿਕ ਜਾਂਦਾ ਹੈ ਕਿ ਉਹਦੇ ਮਨ ਨੂੰ ਇਦਾਂ ਕਹਿ ਲਈਏ ਕਿ ਗੁਰੂ ਸਾਹਿਬ ਜੀ ਆਪਣੇ ਪ੍ਰੇਮਾ ਭਗਤੀ ਦੇ ਵਿੱਚ ਰੰਗ ਦਿੰਦੇ ਨੇ। ਉਹਦੇ ਮਨ ਨੂੰ ਐਸੀ ਪਿਆਸ ਲੱਗਦੀ ਹੈ ਕਿ ਕਿਹੜਾ ਸਮਾਂ ਹੋਏ ਮੈਂ ਗੁਰੂ ਦੇ ਦੀਦਾਰੇ ਕਰਕੇ ਆਪਣੇ ਮਨ ਦੀ ਪਿਆਸ ਨੂੰ ਸ਼ਾਂਤ ਕਰ ਸਕਾਂ। ਲੰਬਾ ਸਮਾਂ ਬਤੀਤ ਹੋ ਗਿਆ ਸੀ, ਦੇਵੀ ਦੇ ਦਰਸ਼ਨ ਕਰਦਿਆਂ ਸੰਗ ਲੈ ਕੇ ਜਾਂਦਿਆਂ ਕਈ ਤਰ੍ਹਾਂ ਦੇ ਕਰਮ ਕੀਤੇ, ਪਰ ਜਿਹੜੀ ਮਨ ਨੂੰ ਸ਼ਾਂਤੀ ਚਾਹੀਦੀ ਸੀ ਉਹ ਮਨ ਨੂੰ ਅਜੇ ਤੱਕ ਕਿਤੋਂ ਸ਼ਾਂਤੀ ਨਹੀਂ ਮਿਲੀ। ਜਿਹੜਾ ਮਨ ਨੂੰ ਸੰਤੋਖ ਚਾਹੀਦਾ ਸੀ ਉਹ ਸੰਤੋਖ ਨਹੀਂ ਪ੍ਰਾਪਤ ਹੋਇਆ। ਜਿਹੜੀ ਮਨ ਦੇ ਅੰਦਰ ਸਹਿਜਤਾ ਚਾਹੀਦੀ ਸੀ ਉਹ ਜੀਵਨ ਦੇ ਅੰਦਰ ਸਹਿਜਤਾ ਨਹੀਂ ਆਈ। ਘਰ ਦੇ ਵਿੱਚ ਹੀ ਭਰਾ ਦੀ ਨੂੰਹ ਹੈ ਤੇ ਨੂੰਹ ਹੈ ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ
बीबी अमरो जी ਜਿਹੜੇ ਗੁਰੂ ਸਾਹਿਬ ਜੀ ਦੇ ਕੋਲੋਂ ਸਿੱਖਿਆ ਲਈ, ਗੁਰੂ ਸਾਹਿਬ ਜੀ ਦੇ ਕੋਲੋਂ ਬਾਣੀ ਪੜ੍ਹਨੀ ਸਿੱਖੀ, ਬਾਣੀ ਨੂੰ ਕੰਠ ਕੀਤਾ। ਅੱਜ ਤੇ ਚਲੋ ਸਮਾਂ ਹੀ ਬਦਲ ਗਿਆ। ਕੀ ਹੁੰਦਾ ਸੀ ਗੁਰੂ ਕੇ ਪਿਆਰੇ, ਉਦੋਂ ਤਾਂ ਜੇ ਦੂਸਰੇ ਪਾਤਸ਼ਾਹ ਦਾ ਸਮਾਂ ਹੈ, ਉਦੋਂ ਕੇਵਲ ਬਾਣੀ ਜਦੋਂ ਆਪਾਂ ਪੜ੍ਹਦੇ ਆ ਨਾ, ਉਹਦੇ ਵਿੱਚ ਹਦਾਇਤ ਹੈ ਕਿ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਉਹ ਗੁਰਸਿੱਖ ਨੇ ਅੰਮ੍ਰਿਤ ਵੇਲੇ ਕਰਨਾ, ਸੋਦਰ ਦਾ ਰਾਤ ਨੂੰ ਪਾਠ ਕਰਨਾ। ਅਜੇ ਕਿ ਸੋਦਰ ਦੀ ਪਾਵਨ ਬਾਣੀ ਦੇ ਵਿੱਚ ਜਿਹੜੇ ਬਾਅਦ ਵਾਲੇ ਸ਼ਬਦ ਨੇ, ਚੌਥੇ ਪਾਤਸ਼ਾਹ ਦੇ ਸ਼ਬਦ ਨੇ, ਪੰਜਵੇਂ ਪਾਤਸ਼ਾਹ ਦੇ ਸ਼ਬਦ ਨੇ, ਉਹ ਸ਼ਬਦ ਨਹੀਂ ਹੈ। ਜਪਜੀ ਸਾਹਿਬ ਅੰਮ੍ਰਿਤ ਵੇਲੇ ਬਾਣੀ ਪੜ੍ਹਨ ਦੀ ਹਦਾਇਤ ਹੈ। ਤੇ ਗੁਰੂ ਕਾ ਪਿਆਰਾ ਸਿੱਖ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਬਾਅਦ ਦੇ ਵਿੱਚ ਜਿੰਨੀ ਬਾਣੀ ਕੰਠ ਕੀਤੀ ਹੁੰਦੀ ਹੈ, ਜਿੰਨੇ ਪਾਵਨ ਸ਼ਬਦ ਕੰਠ ਕੀਤੇ ਹੁੰਦੇ ਨੇ, ਇਦਾਂ ਜਿੱਦਾਂ ਹੁਣ ਆਪਾਂ ਨਿਤਨੇਮ ਦਾ ਸਮਾਂ ਤੇ ਨਿਤਨੇਮ ਤੇ ਆਪਾਂ ਟਿਕਾ ਦੇ ਵਿੱਚ ਬਹਿ ਕੇ ਕਰਨਾ। ਨਿਤਨੇਮ ਇੱਕ ਥਾਂ ਦੇ ਉੱਤੇ ਟਿਕਾ ਕੇ ਬਹਿ ਕੇ ਟਿਕ ਕੇ ਕਰਨਾ ਹੈ। ਪਰ ਜਦੋਂ ਜਿਹੜੀ ਬਾਕੀ ਬਾਣੀ ਯਾਦ ਹੈ, ਜਦੋਂ ਘਰ ਦੇ ਕੰਮ ਕਰਨ ਲੱਗਦੀਆਂ ਬੀਬੀਆਂ, ਉਹ ਫਿਰ ਜਿਹੜੇ ਸ਼ਬਦ ਰਸਨਾ ਉੱਤੇ ਚੜੇ ਹੁੰਦੇ ਨੇ, ਕੰਠ ਹੁੰਦੇ ਨੇ, ਉਹ ਆਪਣੀ ਰਸਨਾ ਤੋਂ ਉਚਾਰਦੇ ਰਹਿੰਦੇ ਨੇ। ਗੁਰੂ ਕੇ ਪਿਆਰੇ ਸਿੱਖ, ਗੁਰੂ ਨਾਲ ਪ੍ਰੀਤ ਕਰਨ ਵਾਲੇ, ਆ ਤੁਸੀਂ ਦੇਖਿਓ ਵਿਚਾਰ ਕੇ, ਜਦੋਂ ਆਪਾਂ ਆਪਣੇ ਘਰਾਂ ਦੇ ਵਿੱਚ ਝਾਤ ਮਾਰਾਂਗੇ ਸਾਨੂੰ ਸਮਝ ਲੱਗ ਜਾਣੀ ਹੈ। ਆਪਣੇ ਵੱਲ ਝਾਤ ਮਾਰਾਂਗੇ ਪਤਾ ਲੱਗ ਜਾਣਾ। ਜਿਹੜੀ ਚੀਜ਼ ਦੇ ਨਾਲ ਸਾਨੂੰ ਪਿਆਰ ਹੋਵੇ ਨਾ, ਮਨੁੱਖ ਉਹਨੂੰ ਗੁਣਗੁਣਾਉਂਦਾ ਰਹਿੰਦਾ। ਇਦਾਂ ਹੁਣ ਜਿਹੜਾ ਬਾਣੀ ਪੜ੍ਹਨ ਵਾਲਾ ਉਹ ਹਰ ਸਮੇਂ ਬਾਣੀ ਗੁਣਗੁਣਾਉਂਦਾ ਰਹਿੰਦਾ, ਤੇ ਜਿਹਨੇ ਬਾਣੀ ਨਹੀਂ ਸੁਣੀ, ਜਿਹੜਾ ਅੱਜ ਦੇ ਸਮੇਂ 'ਚ ਕਹਿ ਲਈਏ ਲੱਚਰ ਗੀਤਾਂ ਨੂੰ ਸੁਣਦਾ, ਉਹਦੀ ਰਸਨਾ ਦੇ ਗੀਤ ਚੜੇ ਰਹਿੰਦੇ ਨੇ। ਇਸੇ ਤਰ੍ਹਾਂ ਦਾ ਸੁਭਾਅ ਜਿਹੜਾ ਉਹ ਬੀਬੀ ਅਮਰੋ ਜੀ ਦਾ ਹੈ। ਘਰ ਦੇ ਵਿੱਚ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਬਾਅਦ ਮਧਾਣੀ ਦੇ ਵਿੱਚ ਰਿੜਕਣਾ ਪਾਇਆ, ਤੇ ਦੁੱਧ ਰਿੜਕਦਿਆਂ ਨਾਲ ਆਹ ਪਾਵਨ ਸ਼ਬਦ ਉਚਾਰਨ ਕੀਤਾ, ਮਾਰੂ ਰਾਗ ਜੀ ਦਾ, ਜਿਹੜਾ ਸ਼ਬਦ ਆਪਾਂ ਅੱਜ ਹੁਣੇ ਸਰਵਣ ਕੀਤਾ ਆਪ ਜੀ ਨੇ। ਇਹ ਸ਼ਬਦ ਜਿਹੜਾ ਸੀ ਆਪਣੀ ਰਸਨਾ ਤੋਂ ਬੀਬੀ ਅਮਰੋ ਜੀ ਉਚਾਰਨ ਕਰ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਹੈ। ਹੁਣ ਕੰਨ ਪਿਆਸੇ ਸੀ ਸੱਚ ਨੂੰ ਸੁਣਨ ਵਾਸਤੇ, ਤਾਂ ਉਹ ਆਵਾਜ਼ ਨੂੰ ਸੰਭਾਲਿਆ ਗੁਰੂ ਅਮਰਦਾਸ ਮਹਾਰਾਜ ਜੀ ਨੇ। ਕੰਨ ਸੱਚ ਸੁਣਨ ਵਾਸਤੇ ਪਿਆਸੇ ਸੀ। ਭੇਟਾਂ ਤੇ ਹੋ ਸਕਦਾ ਪਤਾ ਨਹੀਂ ਕਿੰਨੀਆਂ ਕੁ ਸੁਣੀਆਂ ਹੋਣ ਤੇ ਕਿੰਨੀਆਂ ਗਾਈਆਂ ਵੀ ਹੋਣ। ਸੱਚ ਸੁਣਨ ਨੂੰ ਕੰਨ ਤਰਸੇ ਪਏ ਸਨ। ਅੱਜ ਜਦੋਂ ਬੀਬੀ ਅਮਰੋ ਦੀ ਆਵਾਜ਼ ਕੰਨਾਂ ਦੇ ਵਿੱਚ ਪਈ, ਸ਼ਬਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਦੋਂ ਇਹ ਸ਼ਬਦ ਦੀ ਆਵਾਜ਼ ਕੰਨਾਂ ਦੇ ਤੱਕ ਪਹੁੰਚੀ, ਬੀਬੀ ਅਮਰੋ ਦੇ ਕੋਲ ਆਉਂਦੇ ਨੇ ਗੁਰੂ ਅਮਰਦਾਸ ਮਹਾਰਾਜ ਜੀ। ਆ ਕੇ ਕਹਿੰਦੇ, ਪੁੱਤਰੀਏ, ਆ ਜਿਹੜਾ ਕਲਾਮ ਪੜ੍ਹ ਰਹੀ ਹੈ, ਇਹ ਜਿਨ੍ਹਾਂ ਦਾ ਬਖਸ਼ਿਸ਼ ਕੀਤਾ ਹੋਇਆ ਨਾ, ਮੈਨੂੰ ਕਦੇ ਉਹਨਾਂ ਦੇ ਨਾਲ ਮਿਲਾ ਦੇ। ਮਨ ਦੇ ਅੰਦਰ ਪਿਆਸ ਸੀ, ਜਿਨ੍ਹਾਂ ਦਾ ਕਲਾਮ ਪੜ੍ਹ ਰਹੀ ਆ ਨਾ, ਮੈਨੂੰ ਉਹ ਪਾਤਸ਼ਾਹ ਦੇ ਨਾਲ ਕਦੇ ਮਿਲਾ ਦੇ। ਬੀਬੀ ਅਮਰੋ ਜੀ ਕਹਿੰਦੀ ਅੱਗੋਂ, ਪਿਤਾ ਜੀ, ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਕੁਝ ਸਮਾਂ ਪਹਿਲਾਂ ਦੇ ਜੋਤੀ ਜੋਤ ਸਮਾ ਗਏ ਨੇ, ਤੇ ਉਹਨਾਂ ਦੀ ਗੱਦੀ ਦੇ ਉੱਤੇ ਮੇਰੇ ਪਿਤਾ ਜੀ ਭਾਵ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਜ ਦੇ ਸਮੇਂ ਦੇ ਵਿੱਚ ਸੇਵਾ ਨਿਭਾ ਰਹੇ ਨੇ। ਉਹਨਾਂ ਦੀ ਗੱਦੀ ਉਹਨਾਂ ਨੇ ਸੰਭਾਲੀ ਹੋਈ ਹੈ। ਦੂਸਰੇ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰਤਾ ਗੱਦੀ ਉੱਤੇ ਸੁਭਾਇਮਾਨ ਨੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਕਿ ਜਿੰਨੀ ਵੀ ਛੇਤੀ ਹੋ ਸਕਦੀ ਹੈ, ਮੈਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਰਹਿ ਕੇ ਚੱਲ। ਸਮਾਂ ਆਇਆ, ਬੀਬੀ ਅਮਰੋ ਆਪਣੇ ਸਹੁਰਾ ਕਹਿ ਲਈਏ, ਕਿਉਂਕਿ ਸਹੁਰੇ ਦੇ ਭਰਾ ਨੇ ਗੁਰੂ ਅਮਰਦਾਸ ਮਹਾਰਾਜ ਜੀ, ਸਤਿਗੁਰਾਂ ਨੂੰ ਨਾਲ ਲੈ ਕੇ ਅਜੇ ਇਦਾਂ ਕਹਿ ਲਈਏ ਸਿੱਖੀ ਦੇ ਰੂਪ ਦੇ ਵਿੱਚ ਵੀ ਨਹੀਂ, ਤੇ ਸਿੱਖੀ ਪ੍ਰਾਪਤ ਕਰਨੀ ਹੈ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲੋਂ ਜਾ ਕੇ।
ਬਾਬਾ ਅਮਰਦਾਸ ਮਹਾਰਾਜ ਜੀ ਆਪਣੀ ਨੂੰਹ ਬੱਚੀ ਦੇ ਨਾਲ ਖਡੂਰ ਸਾਹਿਬ ਜੀ ਦੀ ਪਵਿੱਤਰ ਧਰਤੀ ਉੱਤੇ ਜਾ ਕੇ ਪਹੁੰਚਦੇ ਨੇ। ਹੁਣ ਤੁਸੀਂ ਵਿਚਾਰ ਕੇ ਦੇਖਿਓ ਕਿ ਜਦੋਂ ਰਿਸ਼ਤਿਆਂ ਨਾਤਿਆਂ ਦੀ ਆਪਾਂ ਗੱਲ ਕਰਦੇ ਹਾਂ ਤੇ ਰਿਸ਼ਤਿਆਂ ਨਾਤਿਆਂ ਦੇ ਵਿੱਚ ਕੁੜਮ ਵੱਲੋਂ ਕੁੜਮ ਦਾ ਕਿੰਨਾ ਸਤਿਕਾਰ ਕੀਤਾ ਜਾਂਦਾ ਹੈ। ਇਤਿਹਾਸਕਾਰਾਂ ਦਾ ਜ਼ਿਕਰ ਆਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਆਪ ਬਾਹਰ ਬੈਠ ਗਏ ਤੇ ਬੀਬੀ ਅਮਰੋ ਨੂੰ ਭੇਜਿਆ ਪਹਿਲਾਂ ਵੀ ਤੁਸੀਂ ਜਾ ਕੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲੋ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੋਂ ਆਗਿਆ ਲਵੋ, ਪੁੱਛੋ, ਉਹਨਾਂ ਨੂੰ ਦੱਸੋ ਕਿ ਸਾਡੇ ਨਾਲ ਸਾਡੇ ਘਰ ਦੇ ਬਜ਼ੁਰਗ ਆਏ ਨੇ ਤੇ ਉਹ ਤੁਹਾਡੇ ਦੀਦਾਰੇ ਕਰਨਾ ਚਾਹੁੰਦੇ ਨੇ। ਇਤਿਹਾਸ ਦੇ ਮੁਤਾਬਕ ਉਦੋਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ ਚਿੱਟੀ ਚਾਦਰ ਦੀ ਬੁੱਕਲ ਮਾਰ ਕੇ ਬੈਠੇ ਨੇ। ਇਤਿਹਾਸ ਵਿੱਚ ਜ਼ਿਕਰ ਆਇਆ ਇਸ ਗੱਲ ਦਾ। ਤੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੀ ਬੱਚੀ ਨੂੰ ਕੱਲੀ ਨੂੰ ਘਰ ਦੇ ਵਿੱਚ ਆਉਂਦਿਆਂ ਦੇਖਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਪੁੱਛਣ ਲੱਗੇ, ਬੱਚੀਏ ਅੱਜ ਸਹੁਰੇ ਘਰ ਦੇ ਵਿੱਚੋਂ ਕੱਲੀ? ਤੇ ਬੀਬੀ ਅਮਰੋ ਜੀ ਨੇ ਅੱਗੋਂ ਬੇਨਤੀ ਕੀਤੀ, ਨਮਸਕਾਰ ਕੀਤੀ ਪਿਤਾ ਜੀ ਨੂੰ ਤੇ ਕਿਹਾ, ਨਹੀਂ ਪਿਤਾ ਜੀ, ਅੱਜ ਮੇਰੇ ਨਾਲ ਘਰ ਦੇ ਬਜ਼ੁਰਗ ਆਏ ਨੇ, ਅੱਜ ਮੇਰੇ ਨਾਲ ਘਰ ਦੇ ਬਜ਼ੁਰਗ ਆਏ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕਿਹਾ, ਦਿਖਾਈ ਨਹੀਂ ਕਿਤੇ ਦੇ ਰਹੇ, ਕਹਿੰਦੀ ਉਹ ਬਾਹਰ ਬੈਠੇ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਸਿੰਘਾਸਣ ਤੋਂ ਉੱਠ ਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਮਿਲਣ ਵਾਸਤੇ ਜਾਂਦੇ ਨੇ। ਇੱਥੇ ਇੱਕ ਹੋਰ ਬੇਨਤੀ ਕਰਾਂ, ਗੁਰੂ ਅਮਰਦਾਸ ਮਹਾਰਾਜ ਜੀ ਉਮਰ ਦੇ ਵਿੱਚ ਤਕਰੀਬਨ 25 ਸਾਲ ਗੁਰੂ ਅੰਗਦ ਦੇਵ ਮਹਾਰਾਜ ਜੀ ਨਾਲੋਂ ਵੱਡੇ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਗੁਰੂ ਅਮਰਦਾਸ ਮਹਾਰਾਜ ਜੀ ਨਾਲੋਂ ਸਰੀਰਕ ਉਮਰ ਕਰਕੇ 25 ਸਾਲ ਛੋਟੇ ਨੇ। ਅੱਜ ਬਜ਼ੁਰਗ ਅਵਸਥਾ ਦੇ ਵਿੱਚ ਤਕਰੀਬਨ 60 ਸਾਲ ਦੀ ਉਮਰ ਕਿਹਾ ਜਾਂਦਾ ਹੈ। ਇਸੇ ਲੈਣ ਦੇ ਵਿੱਚ ਨਹੀਂ, ਉਦੋਂ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਜਾਂਦੇ ਨੇ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਗਏ। ਅੱਜ ਗੁਰੂ ਅੰਗਦ ਦੇਵ ਮਹਾਰਾਜ ਜੀ ਆਪ ਉੱਠ ਕੇ ਬਾਹਰ ਆਏ ਤੇ ਸਤਿਗੁਰੂ ਜੀ ਜਦੋਂ ਬਾਹਰ ਆਏ ਤੇ ਪੈਰਾਂ ਦਾ ਖੜਾਕ ਆਇਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬੜੀ ਜਲਦੀ ਦੇ ਨਾਲ ਉੱਠ ਕੇ ਖਲੋ ਗਏ। ਧਿਆਨ ਦਿਓ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੀ ਚਾਦਰ ਦੇ ਵਿੱਚੋਂ ਪਵਿੱਤਰ ਆਪਣੇ ਹੱਥ ਕੱਢੇ ਨੇ, ਬਾਹਾਂ ਫੈਲਾਈਆਂ ਨੇ ਕਿ ਅੱਜ ਮੇਰੇ ਕੁੜਮ ਦਾ ਭਰਾ ਕੁੜਮ ਦੇ ਨਾਲੋਂ ਵੀ ਵੱਧ ਕੇ ਸਤਿਕਾਰ ਕੀਤਾ ਜਾਂਦਾ ਹੈ। ਇੱਕ ਬਜ਼ੁਰਗ ਅਵਸਥਾ ਦੇ ਵਿੱਚ ਤੇ ਮੈਂ ਘੁੱਟ ਕੇ ਗਲ ਵਕੜੀ ਦੇ ਵਿੱਚ ਲਵਾਂ। ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਬਾਬਾ ਅਮਰਦਾਸ ਮਹਾਰਾਜ ਜੀ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਜੀ ਸਾਹਮਣੇ ਆਏ ਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖ ਦਿੱਤਾ। ਹਿਰਦੇ ਦੇ ਅੰਦਰੋਂ ਉਦੋਂ ਵਿਰਾਗ ਫੁੱਟਿਆ। ਰਮਤਾ ਵੀ ਤਾਂ ਬੇਨਤੀ ਕੀਤੀ ਹੈ, ਜਦੋਂ ਬਾਣੀ ਪੜ੍ਹਦੇ ਆ ਕਿਤੇ ਜੀਵਨ ਦੇ ਵਿੱਚ ਵਿਰਾਗ ਆ ਜਾਏ, ਉਹਨੂੰ ਸੰਭਾਲ ਲੈਣਾ ਚਾਹੀਦਾ। ਇੱਕ ਵਾਰੀ ਜੀਵਨ ਦੇ ਵਿੱਚ ਐਸਾ ਵਿਰਾਗ ਜ਼ਰੂਰ ਹੁੰਦਾ, ਜਿਹੜਾ ਇਹ ਰਾਗ ਤੁਰ ਪਿਆ ਨਾ, ਜੀਵਨ ਦੇ ਵਿੱਚ ਵਿਰਾਗ ਜ਼ਰੂਰ ਹੁੰਦਾ। ਜਿਨਨੇ ਸੰਭਾਲ ਲਿਆ ਸਮਝ ਲਿਓ ਉਹਨੇ ਸੱਚ ਦੇ ਰਾਹ ਦੀ ਪ੍ਰਾਪਤੀ ਕਰ ਲਈ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹਿਰਦੇ ਵਿੱਚੋਂ ਵਿਰਾਗ ਫੁੱਟਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਆਪਣੇ ਕੁੜਮ ਦੇ ਪੈਰਾਂ ਦੇ ਉੱਤੇ ਆਪਣਾ ਪਾਵਨ ਸੀਸ ਰੱਖ ਕੇ ਬੇਨਤੀਆਂ ਕਰ ਰਹੇ ਨੇ। ਕਹਿੰਦੇ, ਪਾਤਸ਼ਾਹ ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਮੈਂ ਤੇਰੀ ਸ਼ਰਨ ਦੇ ਵਿੱਚ ਕੁੜਮ ਬਣ ਕੇ ਨਹੀਂ ਆਇਆ, ਕੁਰਮਾਚਾਰੀ ਨਿਭਾਉਣ ਵਾਸਤੇ ਨਹੀਂ ਆਇਆ, ਅੱਜ ਮੈਂ ਤੇਰੇ ਚਰਨਾਂ ਦੇ ਵਿੱਚ ਇੱਕ ਭਿਖਾਰੀ ਬਣ ਕੇ ਆਇਆ। ਐਡੀ ਵੱਡੀ ਵਿਚਾਰ, ਐਡੀ ਵੱਡੀ ਗੱਲ ਕਹਿਣੀ ਆਪਣੇ ਕੁੜਮ ਦੇ ਸਾਹਮਣੇ ਕਿ ਮੈਂ ਤੇਰੀ ਸ਼ਰਨ ਦੇ ਵਿੱਚ ਜੇ ਆਇਆ ਵਾਂ ਤੇ ਤੇਰੇ ਘਰ ਦਾ ਭਿਖਾਰੀ ਬਣ ਕੇ ਆਇਆ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਮ ਦੇ ਨਾਲ ਦੁਨੀਆ ਦੇ ਲੋਕਾਂ ਨੇ ਅਮਰੂ ਨਥਾਮਾ ਪਾ ਦਿੱਤਾ ਸੀ ਵੀ ਇਹਦਾ ਨਾਂ ਹੀ ਅਮਰੂ ਨਥਾਮਾ, ਇਹਦਾ ਕੋਈ ਥਾਂ ਹੀ ਨਹੀਂ ਰਹਿਣ ਵਾਲਾ।
ਇਹਦੇ ਕੁੜਮਾਂ ਦੇ ਘਰ ਦੇ ਵਿੱਚ ਰਹਿ ਰਿਹਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ, ਸਤਿਗੁਰੂ ਜੀ ਅੱਜ ਰਹਿਮਤ ਕਰੋ, ਅੱਜ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰ ਦਿਓ, ਮੇਰੇ ਤੇ ਰਹਿਮਤ ਕਰੋ, ਮੈਨੂੰ ਆਪਣੇ ਚਰਨਾਂ ਦੇ ਕੋਲ ਰੱਖ ਲਓ ਪਾਤਸ਼ਾਹ, ਅੱਜ ਤੋਂ ਬਾਅਦ ਮੈਨੂੰ ਕਦੇ ਅਲੱਗ ਨਾ ਕਰਿਓ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪਵਿੱਤਰ ਹਸਤਾਂ ਦੇ ਨਾਲ ਚੱਕਿਆ ਤੇ ਆਪਣੀ ਗਲ ਬੱਕੜੀ ਦੇ ਵਿੱਚ ਲਿਆ। ਉਸ ਦਿਨ ਤੋਂ ਲੈ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਤਿਹਾਸ ਦੇ ਮੁਤਾਬਕ 12 ਸਾਲ ਲਗਾਤਾਰ ਗਾਗਰ ਢੋ ਕੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਇਸ਼ਨਾਨ ਕਰਾਇਆ। ਲੋਕ ਭਾਵੇਂ ਕਹਿ ਰਹੇ ਨੇ, ਦੁਨੀਆ ਭਾਵੇਂ ਕਹਿ ਰਹੀ ਹੈ ਕਿ ਅਮਰੂ ਨਥਾਵਾਂ, ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸਤਿਗੁਰੂ ਜੀ ਨਥਾਵਾਂ ਤੇ ਮੈਂ ਅੱਜ ਤੱਕ ਰਿਹਾ, ਅਸਲ ਦੇ ਵਿੱਚ ਮੈਨੂੰ ਥਾਂ ਹੀ ਅੱਜ ਮਿਲੀ ਹੈ, ਅਸਲ ਦੇ ਵਿੱਚ ਟਿਕਾਣਾ ਹੀ ਮੈਨੂੰ ਅੱਜ ਮਿਲਿਆ ਕਿ ਜਿਹੜੇ ਟਿਕਾਣੇ ਤੇ ਆ ਕੇ, ਜਿਹੜੀ ਜਗ੍ਹਾ ਤੇ ਆ ਕੇ ਮੇਰਾ ਮਨ ਟਿਕ ਗਿਆ, ਮੇਰਾ ਮਨ ਪਤੀਜ ਗਿਆ। ਲੰਬਾ ਸਮਾਂ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਸੇਵਾ ਨਿਭਾਈ। ਬਾਣੀ ਦੇ ਵਿੱਚ ਵੀ ਆਪਾਂ ਬੜੇ ਐਸੇ ਬਚਨ ਪੜ੍ਹਦੇ ਹਾਂ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਬਾਹਰੀ ਤੌਰ ਤੇ ਜਿਹੜੀਆਂ ਉਮਰਾਂ ਨੇ, ਉਹਦਾ ਕੋਈ ਇੰਨਾ ਮਾਇਨਾ ਨਹੀਂ ਹੈ ਜਿੰਨਾ ਕੋਈ ਮਨ ਕਰਕੇ, ਕੋਈ ਸੁਰਤ ਕਰਕੇ ਉੱਚਾ ਹੋ ਜਾਏ। ਗੁਰੂ ਅਮਰਦਾਸ ਮਹਾਰਾਜ ਜੀ ਲਗਾਤਾਰ ਸੇਵਾ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਭਾਈਏ। ਇੱਕ ਦਿਨ ਸਮਾਂ ਐਸਾ ਆਇਆ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸਰੀਰਕ ਜਾਮੇ ਨੂੰ ਤਿਆਗ ਕੇ, ਭਾਵ ਕਿ ਜੋਤੀ ਜੋਤ ਸਮਾਉਣ ਦਾ ਸਮਾਂ ਨਜ਼ਦੀਕ ਸਮਝਿਆ। ਹੁਣ ਵੇਖੋ, ਖੇਡ ਵੇਖੋ ਕਿੰਨੀ ਅਨੋਖੀ ਹੈ। ਅੱਜ ਸਿੱਖ ਜਿਹੜਾ ਉਹ 25 ਸਾਲ ਵੱਡਾ ਹੈ ਤੇ ਗੁਰੂ ਜਿਹੜਾ ਉਹ 25 ਸਾਲ ਸਰੀਰਕ ਉਮਰ ਕਰਕੇ ਛੋਟਾ ਹੈ, ਪਰ ਅੱਜ ਬਜ਼ੁਰਗ ਅਵਸਥਾ ਦੇ ਵਿੱਚ 25 ਸਾਲ ਵੱਡਾ ਜਿਹੜਾ ਉਹ ਆਪਣੇ ਤੋਂ 25 ਸਾਲ ਛੋਟੇ ਨੂੰ ਪਿਤਾ ਜੀ ਕਹਿ ਕੇ, ਗੁਰੂ ਜੀ ਕਹਿ ਕੇ, ਆਪਣਾ ਮਾਤਾ ਪਿਤਾ ਸਮਝ ਕੇ ਉਹਨਾਂ ਦੇ ਚਰਨਾਂ ਵਿੱਚ ਸੇਵਾ ਨਿਭਾ ਰਹੇ। ਕਿਉਂਕਿ ਜਦੋਂ ਬਾਣੀ ਦੇ ਬਚਨ ਪੜ੍ਹਦੇ ਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਇਹਦਾ ਅਰਥ ਇਹ ਹੈ ਕਿ ਗੁਰੂ ਅਮਰਦਾਸ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਆਪਣਾ ਸਾਰਾ ਕੁਝ ਮੰਨ ਲਿਆ। ਕਿਉਂਕਿ ਏਡੀ ਵੱਡੀ ਦਾਤ ਦੀ ਬਖਸ਼ਿਸ਼ ਕਰਨੀ ਹੈ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਦੇ ਉੱਤੇ ਸੁਭਾਈਮਾਨ ਹੋਣਾ ਹੈ, ਤੇ ਕਰਨੀ ਤੇ ਕਥਨੀ ਦੇ ਵਿੱਚ ਗੁਰਸਿੱਖ ਪੂਰਾ ਸੰਪੂਰਨ ਚਾਹੀਦਾ ਸੀ। ਉਹ ਦਾਤ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਪ੍ਰਾਪਤ ਕਰ ਲਿਆ। ਸਮਾਂ ਆਇਆ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਪਣੇ ਪਰਿਵਾਰ ਨੂੰ ਛੱਡ ਕੇ, ਸਭ ਨੂੰ ਛੱਡ ਕੇ ਜਿਹੜੀ ਗੁਰਤਾ ਗੱਦੀ ਸੀ, ਅੱਜ ਆਪਣੇ ਕੁੜਮ ਨੂੰ ਬਖਸ਼ਿਸ਼ ਕਰ ਦਿੱਤੀ। ਭਾਵ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰਤਾ ਗੱਦੀ ਉੱਤੇ ਸੁਭਾਈਮਾਨ ਕਰ ਦਿੱਤਾ। ਗੁਰਤਾ ਗੱਦੀ ਉੱਤੇ ਸੁਭਾਈਮਾਨ ਹੋ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਹੁਣ ਸਰੀਰ ਕਰਕੇ ਅਵਸਥਾ ਬਜ਼ੁਰਗ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦੇ ਵਿੱਚ ਪਹਿਲੀ ਵਾਰੀ ਐਵੇਂ ਹੋਇਆ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ 22 ਮੰਜੀਆਂ ਥਾਪੀਆਂ, ਭਾਵ ਕਿ 22 ਪ੍ਰਚਾਰਕ ਥਾਪੇ, ਜਿਹੜੇ ਵੱਖ-ਵੱਖ ਥਾਵਾਂ ਤੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਦਾ ਪ੍ਰਚਾਰ ਕਰਨਗੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ ਕਿਰਪਾ ਰਹਿਮਤ ਬਖਸ਼ਿਸ਼ ਕੀਤੀ। 17 ਰਾਗਾਂ ਦੇ ਵਿੱਚ ਪਾਵਨ ਬਾਣੀ ਉਚਾਰਨ ਕੀਤੀ। 647 ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ 19 ਰਾਗਾਂ ਦੇ ਵਿੱਚ ਪਾਵਨ ਬਾਣੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ ਦੇ ਵਿੱਚ 647 ਸ਼ਬਦ ਬਖਸ਼ਿਸ਼ ਕੀਤੇ ਨੇ। ਸਾਰੀ ਦੀ ਸਾਰੀ ਪਾਵਨ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੁਭਾਈਮਾਨ ਹੈ।
सतगुरां ने कृपा रहमत बख्श की, अपने कोलों भी बाणी बख्शिश कर दी। पिछे भी दीवाना विच मैं एक बेनती की सी कि जदों कच्ची बाणी की गल आउंदी है ना तो गुरु नानक साहब महाराज जी की पावन बाणी विचों तुहानूं ये विचार मिलने है, ते ना ही गुरु अंगद देव महाराज जी के 63 सलोकां दे विचों तुहानूं ये विचार मिलने। ये जिहड़ी विचार है धन गुरु अमरदास महाराज जी ने ही बख्शिश की है, क्योंकि कारण ये सी कि बाबा मोहन जी, क्योंकि जो गुरु नानक साहब महाराज जी ने गुरता गद्दी गुरु अंगद देव महाराज जी ने दी, ते गुरु नानक साहब महाराज जी के पुत्रा ने विरोध भी किया, ते उन्होंने अपनी गद्दी जिहड़ी सी वखरी लगा ली। गुरु अंगद देव महाराज जी ने गुरता गद्दी गुरु अमरदास महाराज जी ने दी, ते गुरु अंगद देव महाराज के पुत्रा ने अपनी गद्दी वखरी लगा ली। उन्होंने भी अपने कोलों अज भी तुहानूं बाबा मोहन जी दीयां पोथियां जिहड़ियां मिल जाणगियां, ਉਹਦੇ ਵਿੱਚ ਬਾਣੀ ਦਾ ਅੱਗਾ ਪਿੱਛਾ ਕਰਕੇ ਬਾਣੀ ਤਾਂ ਜਿਹੜੀ ਭਗਤ ਸਾਹਿਬਾਨਾਂ ਦੀ ਸੀ ਉਹਦੇ ਵਿੱਚ ਸ਼ਾਇਦ 11 ਭਗਤਾਂ ਦੀ ਬਾਣੀ ਦਿੱਤੀ ਹੋਈ ਹੈ। ਵੈਸੇ 15 ਭਗਤ ਨੇ ਨਾ, ਉਹਦੇ ਵਿੱਚ 11 ਭਗਤਾਂ ਦੀ ਬਾਣੀ ਦਿੱਤੀ ਹੋਈ ਹੈ। ਇਸ ਤਰ੍ਹਾਂ ਕਰਕੇ ਬਾਣੀ ਅੱਗੇ ਪਿੱਛੇ ਕਰਕੇ ਕੁਝ ਆਪਣੇ ਕੋਲੋਂ ਉਹਨਾਂ ਨੇ ਆਪਣੇ ਮੁਤਾਬਕ ਜਿਹੜੀ ਉਹ ਵੀ ਬਾਣੀ ਕਿਹਾ ਜਾਂਦਾ ਜਦੋਂ ਕਿਹਾ ਗਿਆ ਵੀ ਉਹਨਾਂ ਨੇ ਵੀ ਆਪਣੇ ਕੋਲੋਂ ਬਾਣੀ ਬਖਸ਼ੀ ਕੀਤੀ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, आनंद साहब जी की पावन बाणी दे विच तां सतगुरां ने सिख नूं हदायत कर दी, आवो सिख सतगुरु के प्यारिओ गावो सच्ची बाणी, बाणी तां गावो गुरु केरी बाणियां सिर बाणी, जिन को नदर कर्म होवे हृदय तिना समाणी, पीवो अमृत सदा रहो हर रंग, जपिओ सारंग पाणी, कहे नानक सदा गावो ए सच्ची बाणी। फिर नाल ही अगे कह दिता सतगुरु बिना होर कच्ची है बाणी। सतगुरु जी कहते जेड़ी गुरु की बाणी तो बिना कोई भी कच्चा पिल्ला जो कुछ भी लिख रहा है ना वो बाणी नहीं है। बाणी केवल जेड़ी सतगुरु ने बख्शी की है, क्योंकि बाणी जो बख्शी की है तो गुरु साहब जी जिन्नी देर गुरता गद्दी के उत्ते सुभाएमान नहीं हुए उस तो पहला की बाणी नहीं है कोई। गुरु नानक साहब महाराज जी तो पहले दिन तो लैके गुरु साहब ने गुरु अंगद देव महाराज जी के 63 सलोक बख्शे कीते ने, गुरता गद्दी के उत्ते सुभाएमान होके कीते ने। गुरु अमरदास महाराज जी गुरता गद्दी के उत्ते सुभाएमान हो करके 647 शब्दां की 17 रागां दे विच बख्शिश करदे ने। गुरता गद्दी ते सुभाएमान होण तो पहलां दा कोई बचन नहीं है किसी तरह का। सतगुरां ने हदायत कर दी कि बाणी वो है जेड़ी गुरु ने बख्शिश की हुई है। वो बाणी सिखा तू मन ला के पढ़ी, टका के पढ़ी, अपने हृदय नूं टका के पढ़ी, अपने हृदय अंदर वसाई, तू जो चाहेगा तेनू वो प्राप्त हो जाएगा। मैं कल दे शायद दीवाना दे विच परसों के दीवाना दे विच बेनती की सी एक कि जेड़े कहंदे ना बाणी देंदी की है, गुरु देंदा की है, आ गुरु साहबाना का जीवन पढ़ के देख लो, एक एक गुरु साहब का जीवन पढ़ के देख लो। रमता विच भी बेनती की है, काम बड़े चंगे ने दुनिया के अंदर, काम नहीं कोई माड़ा किया, सुरत बड़ी चंगी है दुनिया अंदर रहिंदिया रहिंदिया, करनी बहुत चंगी है दुनिया के अंदर रहिंदिया रहिंदिया, पर जीवन दे विच जेकर घाट सी ते घाट सी एक गुरु दी। जिन्नी देर तक गुरु जीवन दे विच नहीं आया उन्नी देर तक कोई राह लभा नहीं दुनिया के अंदर कि किहड़े राह ते चलीए, राह लभ्या नहीं दुनिया के अंदर नहीं देर तक। जे किसी नूं शक होवे कि बाणी देंदी की है तो भलिया गुरु रामदास महाराज जी नूं पुछ, गुरु अमरदास महाराज जी नूं पुछ के देख, गुरु अंगद देव महाराज जी नूं पुछ के देख। गुरु अंगद देव महाराज जी भी एक शब्द भाई योधे कोलों सरवण कीता सी ना, ते गुरु अमरदास महाराज जी ने घर दे विचों अपनी नूह राणी दे कोलों एक ही शब्द सरवण कीता ते गुरु चरणां दी प्यास लगी है। गुरु दा इन्नी रहमत दा मालक है, तू
कदे गुरु दा हो के तां देख, नानक पातशाही पातशाह, तेनू ते गुरु पातशाह बना देगा, कदे गुरु दा बन के तां देख। गुरु अमरदास महाराज जी गुरता गद्दी के उत्ते सुभाईमान होए। गुरु साहब जी के जीवन के विच मैं हर बार ये बेनती करदा, तीन चीज़ां बड़ियां अमोलक ने जिहड़ियां हर एक सिख नूं पता होणियां चाहिए। धन गुरु अमरदास महाराज जी का गुरता गद्दी का समा जिहड़ा वो 22 साल का है। गुरु अमरदास महाराज जी का गुरता गद्दी का समा, गुरता गद्दी उत्ते सुभाईमान रहे 22 साल। 22 साल गुरु नानक साहब महाराज जी की गुरता गद्दी उत्ते सुभाईमान होके बाणी बख्शी कीती। गुरु नानक साहब महाराज जी के घर नूं बड़ी तेजी के नाल अगे वधाया। दूसरा कि गुरु अमरदास महाराज जी ने 22 मंजियां बख्शिश कीतियां, 22 प्रचारक थापे। तीसरा है जेड़े आपां भट्ट साहिबाना दे सवैये पढ़ते हैं, 10 सवैये गुरु नानक साहब महाराज जी के प्रथाए ने, 10 सवैये गुरु अंगद देव महाराज जी के प्रथाए ने, 22 सवैये जेड़े वो गुरु अमरदास महाराज जी की उस्तत दे विच भट्ट साहिबाना ने बख्शिश कीते। तीन चीज़ां इक्को जिहियां हो गईयां जिहड़ियां सानूं सदा याद रखणियां चाहीदियां। 22 साल गुरता गद्दी का समा, 22 मंजियां बख्शी कीतियां ते भट्ट साहिबाना ने 22 सवैये बख्शिश करके गुरु अमरदास महाराज जी की उस्तत जिहड़ी है वो बाणी दे राही सवैयां दे राही बख्शिश कीती। वो सारे दे सारे सवैये धन गुरु ग्रंथ साहब महाराज जी दे विच सुभाईमान। गुरु अमरदास महाराज जी के जीवन के विचों एडियां अमोलक अमोलक विचारां, जिवें आप गुरु साहब जी की शरण में आए, भली भांत जानते हो पिछले समय में शरण परसों के दीवाना में जो आप गुरु रामदास महाराज जी का जीवन समा बड़ा सीवन सी वो सांझ पाई, तो गुरु रामदास महाराज जी के उत्ते सारियां रहमतां बरसाउण वाले गुरु अमरदास महाराज जी ने गोइंदवाल साहब जाके नगर वसाया। उत्थे गुरु रामदास महाराज जी नूं सेवा बख्शिश की। भाई जेठा जी पहला नाम है, उसे थां दे उत्ते सारियां बख्शा कीतियां, अपनी बच्ची का रिश्ता दिता, आनंद विवाह होए। एक दिन ऐसा आया गोइंदवाल साहब जी की पवित्र धरती के उत्ते ही गुरु अमरदास महाराज जी अपना दुनिया तो जान का ज्योति जोत समाउण का समा नज़दीक समझ के अगली जोत जिहड़ी सी वो भाई जेठा जी नूं बख्शिश की। भाव गुरु रामदास महाराज जी नूं गुरता गद्दी बख्शिश करके अज दे दिन सतगुरु गुरु अमरदास महाराज जी ज्योति जोत समा गए। तो गुरु साहिबां का ज्योति जोत सदा पुरब है। गुरु नानक नाम लेवा संगतां बड़ी शरधा की भावना के नाल हर थां दे उत्ते मना रही ने। असीं भी आप जी दे गुरु साहब जी की कृपा के सदका आप जी के सहयोग के नाल अज दे जिहड़े दीवान सन वो धन गुरु अमरदास महाराज जी के ज्योति जोत गुरु नूं समर्पित सजाए गए सन। सतगुरां दे पावन जीवन दीयां अमोलक विचारां दी सांझ पाउंदियां अनेकों प्रकार दीयां भुलां गलतियां हो जाणियां सुभाविक हन। सतगुर जी कृपा करन भुलां ना चकारना होईयां व्यर्थ भुलां तो खेमा बख्शणी जी। वाहिगुरू जी का खालसा वाहिगुरू जी की फतेह। राम कली महला तीजा नंद को ओंकार सतगुर प्रसाद नंद पिया मेरी माए। सतगुरु मैं पाया सतगुर तां पाया। अजाग रतन परिवार परियां शब्द गावण आईयां शब्द हो गावो हरि केरा मन जिनी वसाया। कह नानक ए मन मेरे तू सदा रहो हर नाल ले हर नाल रहो तुम मन मेरे दुख सब विसारना अंगीकारो करे तेरा। सबना गल्लां समरथ सुवामी सो क्यों मनो विसारे। कह नानक मन मेरे सदा रहो। साचे साहिबा क्या नहीं करते रह करता तेरे सब किश है जिस दे सो। सदा सिफत सलाह तेरी नाम मन वसावे नाम जिन कै मन वसिया। कह नानक सच्चे साहिब क्या नहीं करते रह सच्चा नाम मेरा आधारो।
ਕਰ ਸ਼ਾਂਤ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੁ ਪਿਆਰੋ, ਸਚਾ ਨਾਮ ਮੇਰਾ ਆਧਾਰੋ ਵਾਜੇ। ਕਲਾ ਜਿਤ ਕਰ ਧਾਰਿਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ। ਅਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ, ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਬਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ, ਸਤਿਗੁਰ ਦਇਆ ਭਰਪੂਰੇ। ਬਿਨਵੰਤ ਨਾਨਕ ਗੁਰ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧ ਆਗੇ